ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਟਾਰ ਕੈਨੇਡਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਸਵਾਗਤ ਹੈ ਤੁਹਾਡਾ ਖਬਰਾਂ ਦੇ ਇਸ ਖਾਸ ਸੈਗਮੈਂਟ ਦੇ ਵਿੱਚ। ਖਬਰਾਂ ਦੀ ਸਮੀਖਿਆ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ। ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਅਸਤੀਫਾ, ਰਾਹੁਲ ਗਾਂਧੀ ਨੂੰ ਦਿੱਤੀ ਅਹਿਮ ਸਲਾਹ। राम रहीम की पैरोल ਨੂੰ ਲੈ ਕੇ ਹਰਿਆਣਾ ਸਰਕਾਰ ਕਿਉਂ ਹੈ ਨਰਮ, ਵਕੀਲਾਂ ਦਾ ਇੱਕ ਵਫਦ ਨੇ ਕੀਤੀ ਪ੍ਰੈਸ ਕਾਨਫਰੰਸ। ਦਿੱਲੀ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਦੇ ਵਿੱਚ ਸਰਕਾਰ ਨੂੰ ਘੇਰਨ ਦੀ ਬਣਾਈ ਗਈ ਪਲਾਨਿੰਗ। ਤੇ ਹੁਣ ਖਬਰਾਂ ਦਾ ਵਿਸਤਾਰ ਕਰਦੀ ਹਾਂ। ਪੰਜਾਬ ਕਾਂਗਰਸ ਦੇ ਵਿੱਚ ਵੱਡੇ ਅਤੇ ਕੱਦਵਾਰ ਲੀਡਰ ਮੰਨੇ ਜਾਂਦੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੰਜਾਬ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਗਿਆ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣੇ ਅਸਤੀਫੇ ਦੇ ਵਿੱਚ ਗੱਲ ਰੱਖੀ ਗਈ ਹੈ ਕਿ ਹੁਣ ਹੋਈਆਂ ਚੋਣਾਂ ਦੇ ਵਿੱਚ ਹਾਰ ਦੇ ਕਾਰਨ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਅਸਤੀਫਾ ਦੇ ਰਹੇ ਨੇ। ਇਸ ਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਦੇ ਬਾਰੇ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਉਹੀ ਮੰਤਰੀ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ। ਉਸ ਤੋਂ ਬਾਅਦ ਪੰਜਾਬ ਕਾਂਗਰਸ ਦਾ ਪ੍ਰਧਾਨ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾਂਦਾ ਤੇ ਇਹਨਾਂ ਦੋਨਾਂ ਦੇ ਵਿੱਚ ਤਲਖੀਆਂ ਬਣ ਜਾਂਦੀਆਂ ਨੇ। ਤਲਖੀਆਂ ਤੋਂ ਬਾਅਦ ਬਾਜਵਾ ਦਾ ਕੱਦ ਘਟਦਾ ਗਿਆ ਤੇ ਬਾਜਵਾ ਦੇ ਵੱਲੋਂ ਅੱਜ ਆਪਣਾ ਅਸਤੀਫਾ ਪੰਜਾਬ ਦੇ ਵਿੱਚੋਂ ਦੇ ਦਿੱਤਾ ਗਿਆ ਤੇ ਉਧਰ ਰਾਹੁਲ ਗਾਂਧੀ ਨੂੰ ਉਹਨਾਂ ਨੇ ਸਲਾਹ ਦਿੱਤੀ ਹੈ। ਰਾਹੁਲ ਗਾਂਧੀ ਨੂੰ ਸਲਾਹ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਵਾਪਸ ਲੈ ਕੇ ਮੁੜ ਤੋਂ ਕਾਂਗਰਸ ਦੇ ਇੱਕ ਨਵੇਂ ਢਾਂਚੇ ਦੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਉਸ ਢਾਂਚੇ ਦੇ ਨਾਲ ਉਹ ਦੁਬਾਰਾ ਤੋਂ ਚੋਣਾਂ ਦੇ ਵਿੱਚ ਆ ਸਕਣ। ਉਹਨਾਂ ਕਿਹਾ ਕਿ ਸਾਨੂੰ ਆਪਣੀਆਂ ਹਾਰ ਦੀਆਂ ਹਰੇਕ ਗਲਤੀਆਂ ਨੂੰ ਸੁਧਾਰਨਾ ਪਵੇਗਾ ਤਾਂ ਹੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅਤੇ ਹੋਰ ਰਾਜਾਂ ਦੇ ਵਿੱਚੋਂ ਜਿੱਤ ਪ੍ਰਾਪਤ ਕਰ ਸਕਾਂਗੇ। ਪ੍ਰਤਾਪ ਸਿੰਘ ਬਾਜਵਾ ਨੇ ਅਸਤੀਫੇ ਦੇ ਵਿੱਚ ਆਪਣਾ ਮੁੱਢਲਾ ਕਾਰਨ ਹਾਰ ਨੂੰ ਦੱਸਿਆ ਹੈ ਤੇ ਇਸ ਦੇ ਪਿੱਛੇ ਕਿਆਸਰਾਈਆਂ ਇਹ ਵੀ ਨੇ ਕਿ ਪ੍ਰਤਾਪ ਸਿੰਘ ਬਾਜਵਾ ਦੇ ਅਸਤੀਫਾ ਦੇਣ ਦਾ ਕਾਰਨ ਕੈਪਟਨ ਅਮਰਿੰਦਰ ਸਿੰਘ ਹੋ ਸਕਦੇ ਨੇ। ਪਰ ਅਸਤੀਫੇ ਦੇ ਵਿੱਚ ਉਹਨਾਂ ਨੇ ਕਾਰਨ ਲਿਖਿਆ, ਉਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਮੇਰੇ ਵੱਲੋਂ ਚੋਣਾਂ ਦੇ ਵਿੱਚ ਹਾਰ ਦੀ ਕਾਰਨ ਅਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦਿੱਤਾ ਜਾ ਰਿਹਾ ਹੈ। ਬਲਾਤਕਾਰ ਅਤੇ ਕਤਲ ਮਾਮਲੇ ਦੇ ਦੋਸ਼ੀ ਰਾਮ ਰਹੀਮ ਨੂੰ ਪੈਰੋਲ ਅਰਜ਼ੀ ਤੋਂ ਬਾਅਦ ਹੁਣ ਲਗਾਤਾਰ ਵੱਖ-ਵੱਖ ਸੰਗਠਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵੱਖ-ਵੱਖ ਸੰਗਠਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਅੱਗੇ ਆਇਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ ਕਿਉਂਕਿ ਜੋ ਕੁਝ ਪੰਚਕੂਲਾ ਦੇ ਵਿੱਚ ਵਾਪਰਿਆ, ਜੇਕਰ ਉਸ ਨੂੰ ਪੈਰੋਲ ਮਿਲਦੀ ਹੈ ਤਾਂ ਫਿਰ ਉਹ ਅਜਿਹਾ ਕੁਝ ਵਾਪਰ ਸਕਦਾ ਜਿਸ ਦੇ ਨਾਲ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਦੱਸ ਦਈਏ ਕਿ ਪੰਚਕੂਲਾ ਦੇ ਵਿੱਚ ਵੱਡੀ ਘਟਨਾ ਵਾਪਰੀ ਸੀ ਜਿਸ ਟਾਈਮ ਦੇ ਉੱਤੇ ਰਾਮ ਰਹੀਮ ਨੂੰ ਜੇਲ੍ਹ ਭੇਜਿਆ ਗਿਆ ਸੀ। ਉਸ ਵਕਤ ਦੇ ਉੱਤੇ ਮੀਡੀਆ ਦੀਆਂ ਉਹ ਵੀ ਬੈਨਾਂ ਫੂਕੀਆਂ ਗਈਆਂ, ਆਮ ਲੋਕਾਂ ਦੇ ਜਨਜੀਵਨ ਨੂੰ ਅਸਤ-ਵਿਅਸਤ ਕੀਤਾ ਗਿਆ। ਬਲਾਤਕਾਰ ਵਰਗੀਆਂ ਵੱਡੀਆਂ ਘਟਨਾਵਾਂ ਪੰਚਕੂਲਾ ਦੇ ਵਿੱਚ ਵਾਪਰੀਆਂ ਸਨ। ਉਸ ਤੋਂ ਬਾਅਦ ਹੀ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਜਾ ਸਕਿਆ ਸੀ। ਪਰ ਜੇਕਰ ਹੁਣ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਇਸ ਤੋਂ ਬਾਅਦ ਰਾਮ ਰਹੀਮ ਨੂੰ ਵਾਪਸ ਜੇਲ੍ਹ ਦੇ ਵਿੱਚ ਲਿਜਾਉਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਰਾਮ ਰਹੀਮ ਇੱਕ ਅਜਿਹਾ ਬਾਬਾ ਮੰਨਿਆ ਜਾਂਦਾ ਜਿਸ ਦੇ ਪਿੱਛੇ ਅਜਿਹੀਆਂ ਤਾਕਤਾਂ ਨੇ ਜਿਨ੍ਹਾਂ ਤਾਕਤਾਂ ਨੂੰ ਹਰਾਉਣ ਦੇ ਲਈ ਪੂਰੇ ਵੱਡੇ ਪੱਧਰ ਦੇ ਉੱਤੇ ਸਰਕਾਰ ਨੂੰ ਵੀ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਉਣਾ ਪੈ ਜਾਂਦਾ ਹੈ। ਦੱਸ ਦਈਏ ਕਿ ਰਾਮ ਰਹੀਮ ਦੀ ਪੈਰੋਲ ਦੇ ਲਈ ਹੁਣ ਹਰਿਆਣਾ ਸਰਕਾਰ ਪੱਬਾਂ ਭਾਰ ਨਜ਼ਰ ਆ ਰਹੀ ਹੈ। ਹਰਿਆਣਾ ਸਰਕਾਰ ਦੇ ਵੱਲੋਂ ਉਸ ਦੀ ਵੋਟ ਬੈਂਕ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਤੇ ਉਸ ਦੇ ਦੌਰਾਨ ਹੀ ਰਾਮ ਰਹੀਮ ਦੇ ਵੱਲੋਂ ਪੈਰੋਲ ਮੰਗੀ ਗਈ ਹੈ। ਉਧਰ ਇਸ ਸਬੰਧ ਦੇ ਵਿੱਚ ਵਕੀਲਾਂ ਦੇ ਇੱਕ ਵਫਦ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕੀ ਕੁਝ ਕਹਿਣਾ ਰਿਹਾ ਉਹਨਾਂ ਦਾ ਸੁਣ ਲੈਂਦੇ ਹਾਂ। ਕਾਨੂੰਨ ਕਹਿੰਦਾ ਹੈ, ਜੇ ਕਾਨੂੰਨ ਦੇ ਵਿੱਚ ਇਹ ਲਿਖਿਆ ਹੈ ਕਿ ਜੇ ਸਰਕਾਰ ਨੂੰ ਇਹ ਲੱਗੇ ਕਿ ਉਹਦੇ ਰਿਹਾਈ ਦੇ ਨਾਲ ਕਾਨੂੰਨ ਵਿਵਸਥਾ ਨੂੰ ਖਤਰਾ ਹੈ, ਲਾਅ ਐਂਡ ਆਰਡਰ ਸਿਚੁਏਸ਼ਨ ਬਣ ਸਕਦੀ ਤਾਂ ਉਹਨੂੰ ਬਿਲਕੁਲ ਰਿਹਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਪੰਚਕੂਲੇ ਵਿੱਚ ਉਹਦੇ ਫੈਸਲੇ ਵਾਲੇ ਦਿਨ ਉਹਨੂੰ ਕਿਸ ਤਰੀਕੇ ਨਾਲ ਦੁੜਾ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ। ਉਹਦੀ ਜਿਹੜੀ ਸੋ ਕਾਲਡ ਬੇਟੀ ਹਨੀਪ੍ਰੀਤ ਕਿਵੇਂ ਆਪਣੇ ਬੰਦਿਆਂ ਨੂੰ ਲੈ ਕੇ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਹਨੀਪ੍ਰੀਤ ਵੀ ਗਾਇਬ ਹੋ ਗਈ ਤੇ ਕਿਵੇਂ ਮਹੀਨਿਆਂ ਬੱਧੀ ਸਰਕਾਰਾਂ ਉਹਨੂੰ ਲੱਭਦੀਆਂ ਰਹੀਆਂ ਤੇ ਉਹ ਲੱਭੀ ਨਹੀਂ ਤੇ ਉਸ ਤੋਂ ਬਾਅਦ ਕਿਵੇਂ ਡਾਕਟਰ ਦਿੱਤੇ ਇਨਸਾਨ ਹੁਣ ਤੱਕ ਗਾਇਬ ਹੈ। 2 ਸਾਲ ਹੋ ਗਏ ਉਹਨੂੰ ਪ੍ਰੋਕਲੇਮ ਡਿਫੈਂਡਰ ਡਿਕਲੇਅਰ ਕੀਤੇ, 5 ਲੱਖ ਉੱਤੇ ਇਨਾਮ ਹੈ ਪਰ ਉਹਦਾ ਪਤਾ ਨਹੀਂ ਚੱਲ ਰਿਹਾ। ਸੋ ਅਸੀਂ ਅੱਜ ਆਪਣਾ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਗੁਰਮੀਤ ਰਾਮ ਨੂੰ ਜੇ ਆਪਾਂ ਰਿਲੀਜ਼ ਕਰਦੇ ਹਾਂ, ਜੇ ਸਰਕਾਰ ਹਰਿਆਣਾ ਦੀ ਰਿਲੀਜ਼ ਕਰਦੀ ਹੈ ਤੇ ਉਹ ਵੀ ਗੁੰਮ ਜਾਏਗਾ, ਲੱਭੇਗਾ ਨਹੀਂ ਸਰਕਾਰ ਨੂੰ। ਇਹ ਵੀ ਹੋ ਸਕਦਾ ਵੀ ਆਪਣੇ ਡੇਰੇ 'ਚ ਵੜ ਜੇ ਤੇ ਉਹਦੇ ਸਮਰਥਕ ਡੇਰੇ ਨੂੰ ਘੇਰ ਲੈਣ ਤੇ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਜੇ ਜਿਹਦੇ ਕਰਕੇ ਕੱਲ੍ਹ ਨੂੰ ਸਰਕਾਰ ਉਹਨੂੰ ਫੜ ਨਾ ਸਕੇ। ਸਾਨੂੰ ਇਹ ਵੀ ਡਰ ਹੈ ਕਿ ਜੇ ਉਹਨੂੰ ਬਾਹਰ ਰਿਹਾ ਕੀਤਾ ਜਾਵੇ ਤਾਂ ਜਿਹੜੇ 2 ਪੈਂਡਿੰਗ ਕੇਸਿਸ ਹੈਗੇ ਨੇ, ਰਣਜੀਤ ਸਿੰਘ ਦਾ ਮਰਡਰ ਕੇਸ ਤੇ ਜਿਹੜੇ ਨਪੁੰਸਕ ਸਾਧੂਆਂ ਵਾਲੇ ਕੇਸ ਹੈ, ਉਹਦੇ ਵਿੱਚ ਉਹ ਜਿਹੜੇ ਵਿਟਨੈਸਿਸ ਹੈਗੇ ਨੇ ਉਹਨਾਂ ਨੂੰ ਡਰਾ ਧਮਕਾਏਗਾ। ਜਿਵੇਂ ਪਹਿਲੇ ਖੱਟਾ ਸਿੰਘ ਮੁਕਰ ਗਿਆ, ਹੋਰ ਵੀ ਲੋਕ ਮੁਕਰਨਗੇ।
ਬੀਤੇ ਦਿਨੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਹਾਜ਼ਰ ਹੈ। ਭਗਵੰਤ ਮਾਨ ਦੇ ਵੱਲੋਂ ਆਪਣੀਆਂ ਵੱਡੀਆਂ ਮੰਗਾਂ ਪਾਰਟੀ ਦੇ ਅੱਗੇ ਰੱਖੀਆਂ ਗਈਆਂ। ਉਹਨਾਂ ਕਿਹਾ ਕਿ ਪਾਰਟੀ ਨੂੰ ਲੋੜ ਹੈ ਕਿ ਪਾਰਟੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੜੇ, ਕਿਉਂਕਿ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚੋਂ ਹੀ ਉਹਨਾਂ ਨੂੰ ਵੋਟਾਂ ਮਿਲ ਸਕਦੀਆਂ ਨੇ। ਦੂਜਾ, ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਚੱਲ ਰਹੇ ਬਿਜਲੀ ਸੰਘਰਸ਼ ਨੂੰ ਉਹ ਹੋਰ ਤੇਜ਼ ਕਰਨਗੇ। ਹੋਰ ਕੀ ਕੁਝ ਕਹਿਣਾ ਰਿਹਾ ਭਗਵੰਤ ਮਾਨ ਦਾ ਤੇ ਕੀ ਕੁਝ ਮੀਟਿੰਗ ਦੇ ਵਿੱਚ ਸਲਾਹਾਂ ਹੋਈਆਂ, ਉਹ ਸੁਣ ਲੈਂਦੇ ਹਾਂ। ਸਰਕਾਰ ਜਿਹੜੀ ਹੈ ਉਹ ਆਪਣੀ ਆਪ ਬਿਜਲੀ ਪੈਦਾ ਨਾ ਕਰਨ ਦੇ ਬਾਵਜੂਦ ਖਰੀਦ ਕੇ ਵੀ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਰਹੀ ਹੈ ਦਿੱਲੀ ਦੇ ਲੋਕਾਂ ਨੂੰ। ਸੋ ਇਸ ਮਾਮਲੇ ਤੇ ਲਾਮਬੰਦ ਕਰਾਂਗੇ, ਲੋਕਾਂ ਕੋਲੇ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਲੁੱਟ ਹੋ ਰਹੀ ਹੈ। ਔਰ ਇਸ ਸਿਲਸਿਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ ਜੀ, ਗੋਪਾਲ ਰਾਏ ਜੀ ਔਰ LOP ਸਾਹਿਬ ਔਰ ਨਾਲ ਅਮਨ ਅਰੋੜਾ ਜੀ, ਬਾਕੀ ਸਾਰੇ ਸਾਡੇ MLA ਸਾਹਿਬਾਨ ਤੇ ਸਾਡੇ ਸਾਰੇ ਅਹੁਦੇਦਾਰ ਸਾਹਿਬਾਨ ਉੱਥੇ ਮੌਜੂਦ ਸੀ। ਜਲਾਲਾਬਾਦ ਔਰ ਜਿਹੜਾ ਦੂਸਰਾ ਇਲੈਕਸ਼ਨ ਆ ਰਿਹਾ ਵਾ, ਇਹ ਇਲੈਕਸ਼ਨ ਲੜਨਗੇ ਫਗਵਾੜਾ ਔਰ ਜਲਾਲਾਬਾਦ ਦਾ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਲੜੇਗੀ ਜੀ। ਪਾਰਟੀ ਮੁੱਖ ਵਿਰੋਧੀ ਧਿਰ ਹੈ। ਅਸੀਂ ਪਾਰਟੀ ਜਿਹੜੀ ਹੈ ਪੋਲੀਟੀਕਲ ਪਾਰਟੀ ਹੈ, ਲੜਾਂਗੇ ਆਪਣੇ ਵੱਲੋਂ ਬੈਸਟ ਤਰੀਕੇ ਨਾਲ ਲੜਾਂਗੇ, ਪ੍ਰਚਾਰ ਕਰਾਂਗੇ, ਲੋਕਾਂ ਨੂੰ ਜਾ ਕੇ ਦੱਸਾਂਗੇ। ਤੇ ਬਾਕੀ ਪਾਰਲੀਮੈਂਟ ਦੇ ਵਿੱਚ ਜਿਹੜੀ ਮੇਰੀ ਪਰਫਾਰਮੈਂਸ ਹੈ ਪਿਛਲੇ 7-8 ਦਿਨ ਦੀ, ਉਹਦੀ ਵੀ ਚਰਚਾ ਹੋਈ ਤੇ ਤੁਸੀਂ ਦੇਖ ਹੀ ਲਿਆ ਹੋਣਾ ਕਿ ਕਿਸ ਤਰ੍ਹਾਂ ਉੱਥੇ ਮੋਦੀ ਨੂੰ ਇੱਕ ਫਕੀਰ ਰਹਿਬਰ ਫਰਿਸ਼ਤਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਦੋਂ ਮੈਂ ਕਿਹਾ ਕਿ 10 ਲੱਖ ਦੇ ਸੂਟ ਪਾ ਕੇ ਕੋਈ ਰਹਿਬਰ ਫਰਿਸ਼ਤੇ ਨਹੀਂ ਬਣਦੇ, ਕੋਈ ਬੈਂਕਾਂ ਨੂੰ ਲੁੱਟਣ ਵਾਲੇ ਆਂਦੇ ਨਾਲ ਯਾਰੀਆਂ ਲਾ ਕੇ ਕੋਈ ਫਕੀਰੀਆਂ ਨਹੀਂ ਹੁੰਦੀਆਂ। ਸੋ ਪਾਰਲੀਮੈਂਟ ਦੀ ਪਰਫਾਰਮੈਂਸ ਵੀ ਮੇਰੀ ਜਿਹੜੀ ਹੈ ਉਹ ਪਾਰਟੀ ਤੇ ਇਫੈਕਟ ਪਾਊਗੀ ਔਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ। ਸਟਰਕਚਰ ਜਿਹੜਾ ਆਮ ਆਦਮੀ ਪਾਰਟੀ ਦਾ ਸੰਗਠਨ 'ਚ ਬਦਲਾਅ ਹੋਏਗਾ, ਸੰਗਠਨ 'ਚ ਬਦਲਾਅ ਸੰਗਠਨ ਤਾਂ ਵਧੂਗਾ ਜੀ, ਬਦਲਾਅ ਕੀ ਵਧੂਗਾ। ਸਾਰੇ ਬੰਦਿਆਂ ਨੇ ਆਪਣੇ ਆਪਣੇ ਐਫਰਟ ਕੀਤੀਆਂ ਨੇ। ਕਿਸੇ ਕੋਲ ਸਾਧਨਾਂ ਦੀ ਕਮੀ ਰਹਿ ਸਕਦੀ ਹੈ, ਪਰ ਇਸ ਤਰ੍ਹਾਂ ਦਾ ਕੋਈ ਸਾਡੇ ਇਤਰਾਜ਼ ਨਹੀਂ ਹੈਗਾ ਕਿ ਫਲਾਣੇ ਨੇ ਕੰਮ ਨਹੀਂ ਕੀਤਾ ਜਾਂ ਫਲਾਣੇ ਨੇ ਐਂਟੀ ਪਾਰਟੀ ਕੀਤੀ ਹੈ। ਸੋ ਬੜੇ ਅੱਛੇ ਮਾਹੌਲ 'ਚ ਅੱਜ ਜਿਹੜੀ ਮੀਟਿੰਗ ਹੋਈ ਹੈ ਔਰ ਅਰਵਿੰਦ ਜੀ ਬਹੁਤ ਖੁਸ਼ ਇਸ ਗੱਲ ਤੋਂ ਹੋਏ ਨੇ। ਤੇ ਪੰਜਾਬ ਦਾ ਯੂਨਿਟ ਜਿਹੜਾ ਉਹ 2022 ਵਾਸਤੇ ਉਹਨਾਂ ਨਾਲ ਵਾਅਦਾ ਕਰਕੇ ਆਇਆ ਕਿ 2022 ਦੇ ਵਿੱਚ ਤੁਹਾਨੂੰ ਜਿਹੜੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਲੈ ਕੇ ਦੇਵਾਂਗੇ ਪੰਜਾਬ। ਬੀਤੇ ਦਿਨੀ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਹੋਈ ਵੱਡੀ ਘਟਨਾ ਤੋਂ ਬਾਅਦ ਮਾਰੇ ਗਏ ਅਜੀਤ ਸਿੰਘ ਦਾ ਪਰਿਵਾਰ ਹੁਣ ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਚੁੱਕਿਆ। ਅਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਹੁਣ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਸ ਦੀ ਪਤਨੀ ਨੂੰ ਵੀ ਇਸ ਗੱਲ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਕਿਸੇ ਕਿਸਮ ਦੀ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਮੇਰੀ ਪਤਨੀ ਨੇ ਸਾਰੀ ਘਟਨਾ ਦੇਖੀ ਹੈ ਤੇ ਜੇਕਰ ਮੇਰੀ ਪਤਨੀ ਦੇ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਇਸ ਦਾ ਮਤਲਬ ਆ ਕਿ ਪੁਲਿਸ ਦੇ ਵੱਲੋਂ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਦੇ ਉੱਤੇ ਮ੍ਰਿਤਕ ਦੇ ਪਿਤਾ ਕੀ ਕੁਝ ਕਹਿਣਾ ਰਿਹਾ ਉਹ ਸੁਣ ਲੈਂਦੇ ਹਾਂ। ਕਾਰਵਾਈ ਨਹੀਂ ਹੋਗੀ ਤਦ ਤੱਕ ਅਸੀਂ ਸੰਸਕਾਰ ਨਹੀਂ ਕਰਾਂਗੇ। ਕਾਰਵਾਈ ਇਹਨਾਂ ਨੇ ਕਰਨੀ ਨਹੀਂ। ਸਾਡੇ ਤੋਂ ਸਾਡੀ ਬਿਨਾਂ ਇਜਾਜ਼ਤ ਤੋਂ, ਸਾਡੀ ਬਿਨਾਂ ਰਜ਼ਾਮੰਦੀ ਤੋਂ ਇਹਨਾਂ ਨੇ ਪੋਸਟਮਾਰਟਮ ਕਰਤਾ ਔਰ ਸਾਨੂੰ कहता ਅੱਧੇ ਘੰਟੇ ਦੀ ਲਾਸ਼ ਲੈ ਲਓ, ਇਹ ਲੈਣੀ ਹੈ, ਨਹੀਂ ਤਾਂ ਅਸੀਂ ਇਹਦਾ ਸੰਸਕਾਰ ਵੀ ਕਰ ਦਾਂਗੇ। ਇਹ ਕਿਹਾ ਤੁਹਾਨੂੰ ਇਹ ਜੱਜ ਸਾਹਿਬ ਜਿਹੜੇ ਉੱਥੇ ਆਏ ਸੀ ਉਹਨਾਂ ਨੂੰ ਮੇਰੇ ਵਕੀਲ ਸਾਹਿਬ ਨੂੰ ਜਦੋਂ ਵਕੀਲ ਸਾਹਿਬ ਮੇਰੇ ਉਹਨੂੰ ਕਿਹਾ ਗਿਆ ਕਿ ਤੁਹਾਡੇ ਬੱਚੇ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਬੋਡੀ ਲੈਣੀ ਤਾਂ ਅੱਧੇ ਘੰਟੇ ਲੈ ਲਓ, ਨਹੀਂ ਤਾਂ ਤੁਹਾਡੇ ਬੱਚੇ ਦਾ ਅਸੀਂ ਸੰਸਕਾਰ ਵੀ ਕਰ ਦਾਂਗੇ। ਮੈਂ ਕਿਹਾ ਇੱਦਾਂ ਕਿੱਦਾਂ ਸੰਸਕਾਰ ਕਰ ਦੋਗੇ ਜੀ? ਕਹਿੰਦੇ ਜਿੱਦਾਂ ਪੋਸਟਮਾਰਟਮ ਕੀਤਾ ਉਹਦਾ ਸੰਸਕਾਰ ਕਰ ਦਾਂਗੇ। ਇਹ ਗਲਤ ਗੱਲ ਵਾ ਨਾ। ਇਹ ਗਰੀਬ ਆਦਮੀ ਨਾਲ ਕਾਰਵਾਈ ਕੀ ਚਾਹੁੰਦੇ ਹੋ ਜੀ ਤੁਸੀਂ? ਅਸੀਂ ਕਾਰਵਾਈ ਚਾਹੁੰਦੇ ਜਿਹੜੇ ਦੋਸ਼ੀ ਪੁਲਿਸ ਵਾਲੇ ਆ, ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਆ, ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਆ ਉਹਨਾਂ ਤੇ ਬਣਦੀ ਕਾਰਵਾਈ 302 ਕਤਲ, ਮੇਰੀ ਬੱਚੇ ਛਾਤੀ ਦੀ ਗੋਲੀ ਲੱਗੀ ਆ, ਉਹਨਾਂ ਤੇ ਬਣਦੀ ਕਾਰਵਾਈ 302 ਦਾ ਬੱਚਾ ਬੰਦਾ। ਕੋਈ ਖਾਸ ਪੁਲਿਸ ਵਾਲਾ ਆਇਡੈਂਟੀਫਾਈ ਕੀਤਾ ਜਿਹਦੇ ਤੋਂ ਤੁਸੀਂ ਚਾਹੁੰਦੇ ਹੋ? ਕੋਈ ਨਾਮ ਹੈਗਾ? ਧਾਰੀਵਾਲ ਜੀ, ਧਮਕੀਆਂ ਵੀ ਮਿਲ ਰਹੀਆਂ ਤੁਹਾਨੂੰ? ਹਾਂਜੀ ਧਮਕੀਆਂ ਦਿੱਤੀਆਂ ਮੇਰੀ ਵਾਈਫ ਨੂੰ। ਤੁਸੀਂ ਕਹਿੰਦੇ ਦੁਗਰੀ ਕੋਈ ਪੁਲਿਸ ਆਈ ਸੀਗੀ? ਦੁਗਰੀਓਂ ਵੀ ਪੁਲਿਸ ਵਾਲੇ ਆਏ ਜੀ, ਸਾਡੇ ਕੋਲ ਨਹੀਂ ਪਹੁੰਚੇ। ਗਲੀ 'ਚ ਕਹਿ ਕੇ ਆ ਅਜੀਤ ਸਿੰਘ ਬਾਬਾ ਕੌਣ ਆ ਜੀ, ਅਜੀਤ ਸਿੰਘ ਬਾਬਾ ਕੌਣ ਆ ਜੀ, ਤੇ ਗਲੀ ਵਾਲਿਆਂ ਨੇ ਕਿਹਾ ਇੱਥੇ ਕੋਈ ਨਹੀਂ ਆਉਂਦਾ, ਸਾਨੂੰ ਮਾਰ ਸਕਦੇ, ਸਾਨੂੰ ਕੁਝ ਵੀ ਕਰਾ ਸਕਦੇ। 27 ਤਰੀਕ ਨੂੰ ਵਾਕਿਆ ਹੋਇਆ ਸੀ। ਮੈਂ ਖੁਦ ਮੌਕੇ ਤੇ ਜੇਲ੍ਹ ਤੇ ਗਿਆ ਸੀ ਔਰ ਉੱਥੇ ਅੰਦਰ ਕਾਫੀ ਮਾੜੇ ਹਾਲਾਤ ਸੀਗੇ। ਤਾਂ ਅਸੀਂ ਆਲਮੋਸਟ 800 ਤੋਂ ਲੈ ਕੇ 1200 ਦੇ ਵਿੱਚ ਕੈਦੀ ਜਿਹੜਾ ਸੀਗਾ ਖੁੱਲ੍ਹਾ ਅੰਦਰ ਤੁਰਿਆ ਫਿਰਦਾ ਸੀਗਾ ਔਰ ਰਾਈਟਿੰਗ ਕਰ ਰਿਹਾ ਸੀਗਾ। ਤਾਂ ਅਸੀਂ 200-250 ਸਾਡੇ ਕੋਲ ਡਿਸਟ੍ਰਿਕਟ ਪੁਲਿਸ ਸੀ ਜਿਨ੍ਹਾਂ ਨਾਲ ਜਾ ਕੇ ਅਸੀਂ ਉਹਨਾਂ ਨੂੰ ਪਹਿਲੇ ਸਿਕਿਉਰ ਕੀਤਾ ਜੇਲ੍ਹ ਦੇ ਪ੍ਰੈਮਿਸਿਸ ਨੂੰ ਔਰ ਅੰਦਰ ਬੰਦ ਕੀਤਾ। ਉਸ ਤੋਂ ਬਾਅਦ ਜਿਹੜੇ ਮੇਨ ਰਾਈਟਿੰਗ ਵਾਲੇ ਸੀਗੇ ਉਹਨਾਂ ਦੇ ਖਿਲਾਫ ਜੇਲ੍ਹ ਸੁਪਰਡੈਂਟ ਨੇ ਸਾਨੂੰ ਲਿਖ ਕੇ ਦਿੱਤਾ ਸੀਗਾ, ਉਹ ਅਸੀਂ ਕੇਸ ਰਜਿਸਟਰ ਕਰ ਦਿੱਤਾ।
ਜਿੱਥੋਂ ਤੱਕ ਪਰਿਵਾਰ ਦਾ ਸਵਾਲ ਹੈ, ਅੱਜ ਉਹ ਹੁਣ ਆ ਕੇ ਮਿਲੇ ਸੀਗੇ, ਮਿਲ ਕੇ ਉਹਨਾਂ ਨੇ ਇੱਕ ਕੰਪਲੇਂਟ ਦਿੱਤੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਫਲਾਣੇ ਬੰਦੇ ਨੇ ਅਸੀਂ ਅੱਖੀ ਦੇਖਿਆ। ਉਹਦੇ 'ਚ ADCP 4 ਜਿਹੜੇ ਕੰਸਰਨਡ ਉਸ ਏਰੀਆ ਦੇ ਹੈਗੇ ਉਹਨਾਂ ਨੂੰ ਅਸੀਂ ਦੇਤੀ ਹੈ, ਇਨਕੁਆਇਰੀ ਮਾਰਕ ਕਰਤੀ ਹੈ। ਜੋ ਵੀ ਉਹਦੇ 'ਚ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕਰ ਦਿੱਤੀ ਜਾਏਗੀ। ਜਿੱਥੋਂ ਤੱਕ ਉਹ ਧਮਕੀਆਂ ਦਾ ਸਵਾਲ ਹੈ, ਉਹ ਕੰਸਰਨਡ SHO ACPs ਨੂੰ ਮੈਂ ਕਹਿ ਦਿੱਤਾ ਔਰ ਇਹਨਾਂ ਨੂੰ ਵੀ ਹਦਾਇਤ ਕਰਤੀ ਹੈ ਕਿ ਕੋਈ ਵੀ ਅਗਰ ਤੁਹਾਨੂੰ ਮੁਲਾਜ਼ਮ ਆ ਕੇ ਧਮਕਾਉਂਦਾ ਹੈ ਜਾਂ ਕੋਈ ਪ੍ਰਾਈਵੇਟ ਬੰਦਾ ਵੀ ਧਮਕਾਉਂਦਾ ਤਾਂ ਅਸੀਂ ਇਮੀਡੀਏਟਲੀ ਉਹਦੇ ਤੇ ਐਕਸ਼ਨ ਲਾਵਾਂਗੇ। ਸਰ ਕਿੰਨੇ ਕੈਦੀਆਂ ਦੇ ਕੋਲ ਟੋਟਲ ਮਾਮਲਾ ਦਰਜ ਕੀਤਾ ਗਿਆ ਹੈ? ਮੇਰੇ ਖਿਆਲ 19 ਦੇ ਕਰੀਬ। ਸਰ ਇੱਕ ਹੋਰ ਹੈਗਾ ਆ ਕਿ ਪਰਿਵਾਰ ਸਰ ਘਬਰਾਇਆ ਹੋਇਆ, ਕਹਿ ਰਿਹਾ ਵੀ ਸਾਨੂੰ ਪੁਲਿਸ ਵੱਲੋਂ ਵੀ ਧਮਕੀਆਂ ਮਿਲ ਰਹੀਆਂ ਸਰ, ਉਸ ਨੂੰ ਲੈ ਕੇ ਕੋਈ ਕਾਰਵਾਈ? ਨਹੀਂ, ਸਾਡੇ ਵੱਲੋਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਪੁਲਿਸ, ਕਿਉਂਕਿ ਮੈਨੂੰ ਵੀ ਇਹ ਕੱਲ ਵੀ ਮਿਲੇ ਆ ਉੱਥੇ। ਸਿੰਸ ਜਿਹੜਾ ਪ੍ਰੋਸੈਸ ਹੈਗਾ ਇਹਦੇ 'ਚ ਇੱਕ ਮੈਜਿਸਟਰਲ ਇਨਕੁਆਇਰੀ ਸਰਕਾਰ ਨੇ ਕਰ ਦਿੱਤੀ ਹੈ DC ਸਾਹਿਬ ਨੂੰ। ਸੈਕੰਡ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਇਰੀ, ਬਿਕੋਜ਼ ਇਹ ਜੇਲ੍ਹ ਵੱਲੋਂ ਜੇਲ੍ਹ ਦੇ ਵਿੱਚ ਸੀਗਾ ਬੰਦਾ, ਉੱਥੇ ਕਸਟੋਡੀਅਲ ਡੈਥ ਹੋਈ ਹੈ ਤੇ ਇਹਦੇ 'ਚ ਜੁਡੀਸ਼ੀਅਲ ਇਨਕੁਆਇਰੀ ਕਰ ਰਹੇ ਆ ਸਰਦਾਰ ਬਾਜਵਾ ਹੈਗੇ ਆ ਜਿਹੜੇ ਜੱਜ ਸਾਹਿਬ। ਕੱਲ ਉਹ ਵੀ ਉੱਥੇ ਸੀਗੇ ਔਰ ਉਹਨਾਂ ਨੇ ਵੀ ਪਰਿਵਾਰ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਸਟੇਟਮੈਂਟ ਲਿਖਵਾ ਦਿਓ, ਮੈਂ ਟਾਈਪਡ ਸਟੇਟਮੈਂਟ ਨਹੀਂ ਲਾਉਂਗਾ, ਤੁਸੀਂ ਮੈਨੂੰ ਵੈਸੇ ਲਿਖਵਾ ਦਿਓ, ਮੇਰਾ ਰੀਡਰ ਲਿਖ ਲੇਗਾ, ਉਹਦੇ ਤੇ ਤੁਸੀਂ ਸਾਈਨ ਕਰ ਦੇਣਾ। ਬਟ ਇਹ ਪਰਿਵਾਰ ਐਡਮੈਂਟ ਸੀ ਕਿ ਅਸੀਂ ਇਹੀ ਸਟੇਟਮੈਂਟ ਦੇਣੀ ਹੈ, ਤਾਂ ਉਹ ਫਿਰ ਜੱਜ ਸਾਹਿਬ ਨੇ ਆਪਣੇ ਮੁਤਾਬਕ ਜੋ ਉਹਨਾਂ ਦਾ ਪ੍ਰੋਸੀਜਰ ਹੈ ਉਸ ਮੁਤਾਬਕ ਉਹਨਾਂ ਨੇ ਪ੍ਰੋਸੀਡ ਕੀਤਾ। ਤਾਂ ਇਸ ਸਟੇਜ ਤੇ ਤਾਂ ਮਤਲਬ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਹਿ ਸਕਦੇ। ਅਗਰ ਉਹਨਾਂ ਨੂੰ ਪਰਿਵਾਰ ਨੂੰ ਲੱਗਦਾ ਹੈ ਕਿ ਕੋਈ ਧਮਕਾ ਰਿਹਾ ਜਾਂ ਕਰ ਰਿਹਾ, ਸਾਡੇ ਨੌਲੇਜ 'ਚ ਲਿਆ ਦੇਣ। ਹਜੇ ਤੱਕ ਕੋਈ ਐਸੀ ਇਹ ਫਸਟ ਟਾਈਮ ਇਹਨਾਂ ਨੇ ਆ ਕੇ ਮੈਂ ਤੁਹਾਡੇ ਤੋਂ ਸੁਣ ਰਿਹਾ ਜਾਂ ਇੱਥੇ ਆ ਕੇ ਮੇਰੇ ਆਫਿਸ 'ਚ ਇਹਨਾਂ ਨੇ ਕਿਹਾ, ਇਸ ਤੋਂ ਪਹਿਲੇ ਇਹਨਾਂ ਨੇ ਮੈਨੂੰ ਨਹੀਂ ਕਿਹਾ ਕਿ ਕੋਈ ਸਾਨੂੰ ਧਮਕਾ ਰਿਹਾ ਜਾਂ ਕਰ ਰਿਹਾ। ਸਰ ਇੱਕ ਗੁਰਦਾਸਪੁਰ ਦੇ ਕਹਿ ਰਹੇ ਕਿ 2 ਕੈਦੀ ਜਿਹੜੇ ਪਹਿਲਾਂ ਜੇਲ੍ਹ 'ਚ ਉਹਨਾਂ ਨੇ ਉੱਥੇ ਵੀ ਇਹੀ ਹੁੜਦੰਗ ਮਚਾਇਆ ਸੀ ਤੇ ਇੱਥੇ ਆ ਕੇ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ। ਸਰ ਕੌਣ 2 ਲੋਕ ਨੇ ਤੇ ਪਹਿਲਾਂ ਵੀ ਉਹਨਾਂ ਤੇ ਕੋਈ ਮਾਮਲੇ ਕਿੰਨੇ ਕੁ ਦਰਜ ਨੇ? ਇੱਕ ਕੋਈ ਹਰਿੰਦਰ ਹੈਗਾ ਜੀ, ਬਾਕੀ ਮੈਨੂੰ ਨਹੀਂ ਜ਼ਿਆਦਾ ਡਿਟੇਲ ਪਤਾ, ਉਹ ਜੇਲ੍ਹ ਅਥਾਰਟੀਜ਼ ਦੱਸ ਦੇਣਗੇ। ਤੇ ਕਿਉਂਕਿ ਉਹ ਮੇਰੇ ਖਿਆਲ ਸ਼ਾਇਦ ਉਸੇ ਬਿਨਾਂ ਤੇ ਉਹਨਾਂ ਨੂੰ ਉੱਥੋਂ ਸ਼ਿਫਟ ਕੀਤਾ ਗਿਆ ਸੀਗਾ, ਉਹਨਾਂ ਨੇ ਇੱਥੇ ਆ ਕੇ ਵੀ ਉਹੀ ਕੰਮ ਕੀਤਾ। ਉਧਰ ਇਸ ਮਾਮਲੇ ਦੇ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਵੀ ਅੱਗੇ ਆ ਚੁੱਕੇ ਨੇ। ਸਿਮਰਜੀਤ ਬੈਂਸ ਦੇ ਵੱਲੋਂ ਹੁਣ ਸਿੱਧੇ ਤੌਰ ਤੇ ਉੱਤੇ ਇਸ ਪਰਿਵਾਰ ਦਾ ਸਮਰਥਨ ਕਰ ਦਿੱਤਾ ਗਿਆ। ਸਿਮਰਜੀਤ ਬੈਂਸ ਦਾ ਕਹਿਣਾ ਕਿ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿੱਥੇ ਵੀ ਲੋੜ ਪੈਂਦੀ ਹੈ ਇਸ ਦੇ ਪਰਿਵਾਰ ਦੇ ਨਾਲ ਜਾਵਾਂਗੇ। ਉਹਨਾਂ ਨੇ ਇਸ ਸਬੰਧ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ ਸਵਾਲ ਚੁੱਕੇ ਨੇ। ਦੱਸਦੀ ਕਿ ਸਿਮਰਜੀਤ ਬੈਂਸ ਨੇ ਕਿਹਾ ਕਿ ਹੁਣ ਇਹ ਮਾਮਲੇ ਨੂੰ ਹਾਈ ਕੋਰਟ ਤੱਕ ਲੈ ਕੇ ਜਾਣਗੇ ਤੇ ਇਸ ਮਾਮਲੇ ਦੀ ਨਿਆਇਕ ਜਾਂਚ ਵੀ ਕਰਾਉਣਗੇ। ਧੱਕੇ ਨਾਲ ਕੀਤਾ ਗਿਆ ਉਸ ਪਰਿਵਾਰ ਮੁੰਡੇ ਦੇ ਜਿਹੜਾ ਕਤਲ ਹੋਇਆ, ਜਿਹੜੇ ਮੁੰਡੇ ਉਹਦੇ ਫਾਦਰ ਨੇ ਸਾਰੀ ਗੱਲ ਦੱਸੀ ਮੈਨੂੰ। ਪੁਲਿਸ ਅਫਸਰ ਬੜੇ ਆ ਕੇ ਧਮਕਾ ਰਹੇ ਆ, ਜੇਲ੍ਹ ਪ੍ਰਸ਼ਾਸਨ ਤੋਂ ਧਮਕੀਆਂ ਮਿਲ ਰਹੀਆਂ ਨੇ। ਸਭ ਤੋਂ ਵੱਡੀ ਗੱਲ ਇਹ ਹੈਗੀ ਆ, ਇਹ ਸਾਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਇਹ ਕਹਿੰਦਾ ਸੀ ਵੀ ਇਨਕੁਆਇਰੀ ਕੰਪਲੀਟ ਹੋ ਲੈ। ਕੱਲ ਜਦੋਂ ਮੰਤਰੀ ਜੀ ਆਏ ਆ, ਹੁਣ ਇਨਕੁਆਇਰੀ ਚੱਲਦੀ ਆ, ਚਲਦੀ ਇਨਕੁਆਇਰੀ ਦੇ ਵਿੱਚ 19 ਹਵਾਲਾਤੀਆਂ ਤੇ ਕੈਦੀਆਂ ਦੇ ਉੱਤੇ FIR ਦੇਤੀ। ਮਤਲਬ 2 ਮੂੰਹਾਂ ਹੋ ਗਿਆ ਕੰਮ। ਜੇ ਤੁਸੀਂ ਉਹ FIR ਦਿੱਤੀ ਆ, ਫਿਰ ਇਹ ਅਜੀਤ ਵਾਲੀ 302 ਦੇ ਤਹਿਤ ਕਤਲ ਦੀ FIR ਕਿਉਂ ਨਹੀਂ ਦੇ ਰਹੇ? DCP ਸਾਹਿਬ ਨੂੰ ਇਹੀ ਗੱਲ ਪੁੱਛੀ ਆ। ਮੈਨੂੰ ਨਹੀਂ ਆਸ ਕਿ ਸਾਨੂੰ ਪੁਲਿਸ ਤੇ ਸਰਕਾਰ ਕੋਈ ਇਸ ਟੱਬਰ ਨੂੰ ਨਿਆਂ ਦੇਊਗੀ। ਸਾਨੂੰ ਹਾਈ ਕੋਰਟ ਜਾਣਾ ਪਊ। ਪ੍ਰੋਸੀਜਰ ਆ, ਹਾਈ ਕੋਰਟ ਨੇ ਪੁੱਛਣਾ ਤੁਸੀਂ ਪੁਲਿਸ ਕੋਲੇ ਗਏ ਸੀ। ਅਸੀਂ ਪੁਲਿਸ ਨੂੰ ਸਾਰੀ ਗੱਲ, ਇਹ ਬੀਬੀ ਦੀ ਬੱਚੇ ਦੀ ਮਾਂ ਦੀ ਸਟੇਟਮੈਂਟ ਜਿਹੜੀ ਆ ਡੈਰੀ ਕਰਾ ਕੇ ਆਏ ਆ, ਤਾਂ ਜੋ ਹਾਈ ਕੋਰਟ ਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਅਫਸਰ ਉਹਨਾਂ ਦੇ ਵਰਖਲਾਫ ਕਤਲ ਦਾ ਮੁਕੱਦਮਾ ਦਰਜ, ਤਾਂ ਕਿ ਬਾਕੀ ਭੁਗਤਰੇ ਹੋਏ ਪੁਲਿਸੀਆਂ ਨੂੰ ਨਸੀਹਤ ਮਿਲ ਸਕੇ। ਜਿਹੜੇ ਆਪਣੇ ਆਪ ਨੂੰ ਖਾਕੀ ਵਰਦੀ ਪਾ ਕੇ ਧਰਤੀ ਦਾ ਰੱਬ ਸਮਝਦੇ ਆ ਨਾ, ਇਹਨਾਂ ਦੇ ਵਿੱਚੋਂ ਧਰਤੀ ਦੇ ਰੱਬ ਵਾਲੀ ਪ੍ਰਵਿਰਤੀ ਦੂਰ ਕੀਤੀ ਜਾ ਸਕੇ। ਜਿਹੜਾ ਕਾਨੂੰਨ ਆਪਣੇ ਹੱਥ 'ਚ ਲੈ ਕੇ ਲੋਕਾਂ ਨੂੰ ਕੀੜੇ ਮਕੌੜੇ ਸਮਝ ਕੇ ਮਾਰਦੇ ਆ, ਇਹਨਾਂ ਨੂੰ ਨਕੇਲ ਪਾਈ ਜਾ ਸਕੇ। ਅਸੀਂ ਹਾਈ ਕੋਰਟ ਜਾਵਾਂਗੇ। ਇਸ ਪਰਿਵਾਰ ਦੇ ਉੱਤੇ ਇੱਕ ਪੈਸੇ ਦਾ ਵਜਨ ਬੋਝ ਨਹੀਂ ਰਹਿ ਗਈ। ਗੱਲ ਸੰਸਕਾਰ ਦੀ, ਉਹ ਪਰਿਵਾਰ ਜੋ ਚਾਹੂਗਾ ਸੰਸਕਾਰ ਕਰਨਾ ਤਾਂ ਵੀ ਅਸੀਂ ਨਾਲ ਹੈਗੇ ਹਾਂ। ਜੇ ਸੰਸਕਾਰ ਨਹੀਂ ਕਰਨਾ ਤਾਂ ਵੀ ਅਸੀਂ ਇਹਨਾਂ ਦੇ ਨਾਲ। ਬੀਤੇ ਦਿਨੀ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਮਾਰੇ ਗਏ ਮਹਿੰਦਰਪਾਲ ਬਿੱਟੂ ਦਾ ਕਤਲ ਕੇਸ ਮਾਮਲਾ ਹੁਣ ਉਲਝਦਾ ਜਾ ਰਿਹਾ ਹੈ। ਇਸ ਕਤਲ ਕੇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 5 ਹੋਰ ਆਰੋਪੀਆਂ ਨੂੰ ਕੋਰਟ ਦੇ ਵਿੱਚ ਲਿਜਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ 2 ਦਿਨ ਦਾ ਰਿਮਾਂਡ ਕੋਰਟ ਦੇ ਵੱਲੋਂ ਦਿੱਤਾ ਗਿਆ। ਇਸ ਸਬੰਧ ਦੇ ਵਿੱਚ ਜਦੋਂ ਉਹਨਾਂ ਦੇ ਵਕੀਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਸੀ ਦਿੱਤੀ ਗਈ। ਸਾਨੂੰ ਬਿਨਾਂ ਦੱਸੇ ਸਪੈਸ਼ਲ ਕੋਰਟ ਦੇ ਜ਼ਰੀਏ ਇੱਕ ਤਾਨਾਸ਼ਾਹ ਰਵੱਈਆ ਅਪਣਾਉਂਦੇ ਹੋਏ ਕੋਰਟ ਦੇ ਵੱਲੋਂ ਉਹਨਾਂ ਨੂੰ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ। ਹੋਰ ਕੀ ਕੁਝ ਕਹਿਣ ਰਿਹਾ ਵਕੀਲ ਦਾ, ਉਹ ਸੁਣ ਲੈਂਦੇ ਹਾਂ। ਲਖਵੀਰ ਸਿੰਘ, ਹਰਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਪੇਸ਼ ਕੀਤਾ
ਤੇ ਦੁਬਾਰਾ ਰਿਮਾਂਡ ਦੀ ਮੰਗ ਕੀਤੀ ਹੈ ਪੁਲਿਸ ਨੇ, ਜਿਸ ਦਾ ਅਸੀਂ ਸਟਰੋਂਗਲੀ ਵਿਰੋਧ ਕੀਤਾ ਕਿਉਂਕਿ 22 ਤਰੀਕ ਦੇ ਕਸਟਡੀ 'ਚ ਨੇ ਬੰਦੇ, ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤੇ ਹੋਏ ਨੇ। ਅਸੀਂ ਮੈਡੀਕਲ ਦੀ ਐਪਲੀਕੇਸ਼ਨ ਵੀ ਦਿੱਤੀ ਸੀ ਵੀ ਇਹਨਾਂ ਸਕਰੀਨਿੰਗ ਤੇ ਮੈਡੀਕਲ ਕਰਾਇਆ ਜਾਵੇ। ਤੇ ਦੂਜੀ ਅਸੀਂ ਮੁਲਾਕਾਤ ਦੀ ਕੀਤੀ ਸੀ ਵੀ ਲੀਗਲ ਕਾਨੂੰਨੀ ਮੁਲਾਕਾਤ ਕਰਾਈ ਜਾਵੇ। ਤੀਜੀ ਪਰਿਵਾਰਾਂ ਨਾਲ ਮਿਲਾਉਣ ਦੀ ਗੱਲ ਕੀਤੀ ਸੀ। ਉਹ ਜਿਹੜੀ ਅਦਾਲਤ ਨੇ ਬਾਕੀ ਸਾਰੀਆਂ ਗੱਲਾਂ ਮੰਨ ਲਈ, ਜਿੱਥੇ ਤੱਕ ਮੈਡੀਕਲ ਦੀ ਗੱਲ ਸੀ ਉਹ ਉਹਨਾਂ ਨੇ ਪੈਂਡਿੰਗ ਰੱਖਤਾ ਪਰਸੋਂ ਵਾਸਤੇ। ਤੇ ਪਰਸੋਂ ਜਿਹੜਾ ਇਲਾਕਾ ਮੈਜਿਸਟਰੇਟ ਉਹਨਾਂ ਕੋਲ ਪੇਸ਼ ਕਰਨਗੇ 2 ਵਜੇ ਤੇ ਆਦਰ 2 ਦਿਨ ਦਾ ਰਿਮਾਂਡ ਦਿੱਤਾ ਸਾਰੇ ਪੰਜਾਬ ਦਾ। ਰੁਕ ਕਰਦੇ ਹਾਂ ਫਿਰੋਜ਼ਪੁਰ ਦੇ ਵੱਲ। ਫਿਰੋਜ਼ਪੁਰ ਦੇ ਵਿੱਚ ਸਿਵਲ ਹਸਪਤਾਲ ਤੋਂ ਇੱਕ ਅਨੋਖੀ ਘਟਨਾ ਵੇਖਣ ਨੂੰ ਸਾਹਮਣੇ ਆਈ, ਜਿਸ ਦੇ ਵਿੱਚ ਫਿਰੋਜ਼ਪੁਰ ਪ੍ਰਸ਼ਾਸਨ ਦੀ ਨਲਾਇਕੀ ਤੋਂ ਤੰਗ ਆਏ ਇੱਕ ਵਿਅਕਤੀ ਦੇ ਵੱਲੋਂ ਕੀਤੀ ਗਈ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਹਸਪਤਾਲ ਦਾ ਨਿੱਜੀ ਰਿਕਾਰਡ ਪਾੜ ਕੇ ਤਹਿਸ-ਨਹਿਸ ਕਰ ਦਿੱਤਾ ਗਿਆ। ਤਸਵੀਰਾਂ ਵਿਖਾਉਂਦੇ ਆ। ਤਸਵੀਰਾਂ ਕਿਸੇ ਵਿਆਹ ਸ਼ਾਦੀ ਤੋਂ ਬਾਅਦ ਦੀਆਂ ਨਹੀਂ, ਬਲਕਿ ਇੱਕ ਰੂਮ ਦੀਆਂ ਨੇ, ਜਿਸ ਰੂਮ ਦੇ ਵਿੱਚ ਰਿਕਾਰਡ ਰੱਖਿਆ ਜਾਂਦਾ ਹੈ। ਇਸ ਰੂਮ ਦੇ ਵਿੱਚ ਡੈਥ ਅਤੇ ਜਨਮ ਸਰਟੀਫਿਕੇਟ ਰੱਖੇ ਜਾਂਦੇ ਨੇ, ਪਰ ਇਸ ਰੂਮ ਦਾ ਇਹ ਹਾਲ ਕਿਸੇ ਚੂਹੇ ਦੇ ਵੱਲੋਂ ਨਹੀਂ, ਬਲਕਿ ਇੱਕ ਵਿਅਕਤੀ ਦੇ ਵੱਲੋਂ ਕੀਤਾ ਗਿਆ, ਜਿਸ ਦੇ ਵੱਲੋਂ ਇਹ ਸਾਰੇ ਸਮਾਨ ਨੂੰ ਤਹਿਸ-ਨਹਿਸ ਕਰਨ ਤੋਂ ਬਾਅਦ ਇੱਕ ਚਿੱਠ ਲਿਖ ਕੇ ਲਾ ਦਿੱਤੀ ਗਈ ਕਿ ਨਾ ਦਿਓ ਰਿਪੋਰਟਾਂ, ਜਿਸ ਤੋਂ ਬਾਅਦ ਇਹ ਜਾਪਦਾ ਹੈ ਕਿ ਇਹ ਵਿਅਕਤੀ ਪ੍ਰਸ਼ਾਸਨ ਦੀਆਂ ਗਲਤੀਆਂ ਤੋਂ ਤੰਗ ਸੀ ਅਤੇ ਉਸ ਦੇ ਕਾਰਨ ਹੀ ਉਸਨੇ ਅਜਿਹਾ ਕਦਮ ਚੁੱਕਿਆ ਹੈ। ਤੇ ਮੌਤ ਜਿਹੜੇ ਆਨਲਾਈਨ ਸਰਟੀਫਿਕੇਟ ਹੁੰਦੇ ਨੇ, ਹਾਂਜੀ, ਉਹ ਉਹਨਾਂ ਨੇ ਰਜਿਸਟਰ ਇੱਕ ਮੈਨੂਅਲ ਰਜਿਸਟਰ ਤਿਆਰ ਹੁੰਦਾ ਹੈ, ਉਹਨਾਂ ਰਜਿਸਟਰ ਫਾੜਿਆ ਤੇ ਆਨਲਾਈਨ ਤਾਂ ਆਪਣੇ ਕੋਲ ਰਿਕਾਰਡ ਹੈਗਾ ਹੀ ਆ, ਬਾਕੀ ਦੂਸਰੇ ਵੀ ਹੈਗੇ, ਫਿਰ ਹੁਣ ਦੁਬਾਰਾ ਤਿਆਰ ਕਰਾਂਗੇ। ਹੋਰ ਕੀ ਹੋ ਸਕਦਾ? ਇਹ ਨਵਾਂ ਰਿਕਾਰਡ ਸੀਗਾ ਸਰ? ਨਵਾਂ ਰਿਕਾਰਡ ਸੀ ਇਸ ਦਾ ਕਰੰਟ ਈਅਰ ਦਾ। ਜਿਹਨੇ ਫਾੜਿਆ ਹੈ ਪ੍ਰਾਈਵੇਟ ਬੰਦਾ ਜਾਂ ਡਿਪਾਰਟਮੈਂਟ? ਨਹੀਂ, ਡਿਪਾਰਟਮੈਂਟ ਵਾਲਾ ਤਾਂ ਕੌਣ ਫਾੜੂ? ਹੁਣ ਕੀ ਪਤਾ, ਜੇ ਪਤਾ ਹੋਵੇ ਤਾਂ ਉਹਨੂੰ ਫੜ ਨਾ ਲਿਖੋ। ਉਹ ਲਿਖ ਵੀ ਗਿਆ ਨਾ ਨਾਲ ਦੇ ਉੱਤੇ। ਉਹ ਤਾਂ ਹੁਣ ਉਹਨੇ ਆਪਣੇ ਆਪ ਬਚਾਉਣ ਦੀ ਖਾਤਰ ਲਿਖ ਕੇ ਦਿੱਤਾ। ਸਾਡੇ ਕੋਲ ਕੋਈ ਪੈਂਡਿੰਗ, ਕੋਈ ਐਪਲੀਕੇਸ਼ਨ, ਕੋਈ ਪੈਂਡਿੰਗ ਨਹੀਂ ਸਾਡੇ ਕੋਲ ਕੋਈ। ਫਿਲਹਾਲ ਜੋ ਆਈ ਨਾਲ ਦੀ ਨਾਲ ਸਭ ਦਾ ਨਿਪਟਾਰਾ ਹੋਇਆ। ਜੇ ਕਿਸੇ ਦਾ ਹੋਇਆ ਸੀ ਉਹ ਇਹ ਸ਼ਿਕਾਇਤ ਵੀ ਕਰ ਸਕਦਾ ਸੀ ਉਹ ਬੰਦਾ, ਜੇ ਉਹ ਚਾਹੁੰਦਾ, ਜੇ ਉਹਦੀ ਕੋਈ ਪੈਂਡਿੰਗ ਕੋਈ ਕੰਮ ਪਿਆ ਸੀਗਾ ਉਹ ਸ਼ਿਕਾਇਤ ਵੀ ਕਰ ਸਕਦਾ ਸੀ। ਉਹਨੇ ਪਾੜਨ ਵਾਲੇ ਕਿਉਂ ਕੰਮ ਕੀਤਾ? ਇੱਕ ਮੈਡਮ ਜੀ ਤਾਲਾ ਤੋੜਿਆ ਨਹੀਂ, ਤਾਲਾ ਖੋਲ ਕੇ ਆਇਆ, ਚਾਬੀ ਕਿਹਦੇ ਕੋਲ ਸੀ? ਨਹੀਂ ਜੀ, ਚਾਬੀ ਤਾਂ ਸਾਡੇ ਕੋਲ ਹੀ ਆ। ਤਾਲਾ ਕਿਵੇਂ ਖੋਲਿਆ? ਤਾਲਾ ਹੁਣ ਕਿ ਤਾਂ ਖੁੱਲ੍ਹਾ ਕਿ ਟੁੱਟਾ, ਉਹਦੇ ਤਾਲਾ ਲੱਭਾ ਨਹੀਂ, ਤਾਂ ਤਾਲਾ ਲੱਭਾ ਨਹੀਂ। ਹੁਣ ਉਹਨੇ ਤੋੜਿਆ, ਖੋਲਿਆ, ਤੇ ਪਰ ਜਿਹੜਾ ਉਹਦੇ ਬਾਹਰ ਲੱਗਾ ਹੋਇਆ ਅਰਲੇ ਜਿਹਨੂੰ ਆਪਾਂ ਉਹਦੇ ਤੇ ਨਿਸ਼ਾਨ ਹੈਗੇ ਸਰ, ਨਿਸ਼ਾਨ ਹੈਗੇ। ਆਪਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਕਬ ਕੀ ਘਟਨਾ? ਹਾਂਜੀ, ਕਬ ਕੀ? ਇਹ ਦੇਖੋ ਸਾਨੂੰ ਸਵੇਰ ਪਤਾ ਲੱਗਾ ਕਿਸ ਟਾਈਮ ਉਹਨੇ ਵਾਰਦਾਤ ਕੀਤੀ, ਕੁਝ ਪਤਾ ਨਹੀਂ। ਜੋ ਵੀ ਕੀਤੀ ਉਹਨੇ ਬਹੁਤ ਮਾੜੀ ਕੀਤੀ। ਸਾਡੇ ਤਾਂ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ? ਸੀਸੀਟੀਵੀ ਕੈਮਰੇ 'ਚ ਕੁਝ ਨਹੀਂ ਆਉਂਦਾ ਪਿਆ, ਕਿਉਂਕਿ ਜਿਹੜੇ ਹੈਗੇ ਉਹਨਾਂ 'ਚ ਚੱਲਦਾ ਨਹੀਂ ਕੁਝ। ਜਿਹੜੇ ਹੈਗੇ ਕੁਝ ਉਸ ਡਾਇਰੈਕਸ਼ਨ 'ਚ ਹੈ ਵੀ ਨਹੀਂ ਗਏ, ਜਿਹੜੇ ਹੈਗੇ ਉਹ ਅਸੀਂ ਚੈੱਕ ਕੀਤੀ ਜਾ ਰਹੇ ਰੂਟੀਨ 'ਚ ਸਾਰੇ ਸੀਸੀਟੀਵੀ ਕੈਮਰੇ ਚੱਲਦੇ ਨੇ, ਲਗਾਤਾਰ ਵੇਖ ਰਹੇ ਹਾਂ। ਬਾਕੀ ਜਿਹੜਾ ਸਾਡਾ ਇਹ ਵੀ ਨਹੀਂ ਅਸੀਂ ਆਪਾਂ ਫਾਸਟ ਕਹਿ ਦਿੰਦੇ ਆ ਕਰਕੇ ਵੀ ਐਮਐਲਸੀ ਨਾਲ ਰਿਲੇਟਡ ਸੀਗਾ, ਉਹ ਅਸੀਂ ਰੱਖਦੇ, ਅਸੀਂ ਕਿਸੇ ਨੂੰ ਦੱਸਦੇ ਨਹੀਂ ਵੀ ਕਿੱਥੇ ਖੜਾ ਰੱਖਾ। ਇਸ ਬਾਰੇ ਕਿਸੇ ਨੂੰ ਕੋਈ ਨੌਲੇਜ ਨਹੀਂ ਹੈ, ਇਸ ਲਈ ਉਹਨੂੰ ਕੋਈ ਨੁਕਸਾਨ ਨਹੀਂ। ਮਤਲਬ ਉਹ ਡਾਟਾ ਸੇਵ ਸੀਗਾ? ਹਾਂ, ਉਹ ਡਾਟਾ ਸਾਈਟ ਰੱਖਦੇ ਅਸੀਂ ਉਸ ਜਗ੍ਹਾ ਤੇ ਆ, ਸਿਰਫ ਮੈਨੂੰ ਪਤਾ ਹੁੰਦਾ ਜਾਂ ਮੇਰੇ ਨਾਲ ਹੈਲਪਰ ਮੁੰਡਾ ਉਹਨੂੰ ਪਤਾ ਹੁੰਦਾ, ਹੋਰ ਅਸੀਂ ਆਪਦੇ ਨਾਲ ਦੇ ਨੂੰ ਵੀ ਨਹੀਂ ਦੱਸਦੇ। ਰੁਕ ਕਰਦੇ ਅਗਲੀ ਖਬਰ ਦੇ ਵੱਲ। ਕਹਿੰਦੇ ਨੇ ਕਿ ਸ਼ੌਂਕ ਕਦੇ ਵੀ ਕੁਝ ਵੀ ਕਰਵਾ ਸਕਦੇ ਨੇ, ਪਰ ਸ਼ੌਂਕ ਜੇਕਰ ਦਿਮਾਗ ਦੇ ਉੱਤੇ ਹੈਵੀ ਹੋ ਜਾਣ ਤਾਂ ਉਹ ਸ਼ੌਂਕ ਕਿਤੇ ਨਾ ਕਿਤੇ ਗੁਨਾਹ ਦੀ ਦੁਨੀਆ ਵੱਲ ਲੈ ਜਾਂਦੇ ਨੇ। ਇੱਕ ਅਜਿਹਾ ਮਾਮਲਾ ਹੋਰ ਸਾਹਮਣੇ ਆਇਆ, ਜਿਸ ਮਾਮਲੇ ਦੇ ਵਿੱਚ ਇੱਕ ਡਰਾਈਵਰ ਦੇ ਵੱਲੋਂ ਆਪਣੇ ਲਗਜ਼ਰੀ ਕਾਰਾਂ ਦੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਕਾਰ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ ਗਿਆ। ਇਹ ਵਿਅਕਤੀ ਕਾਰ ਚੋਰੀ ਕਰਦਾ ਸੀ ਤੇ ਉਸ ਦੀ ਨੰਬਰ ਪਲੇਟ ਬਦਲ ਕੇ 2-3 ਮਹੀਨੇ ਉਸ ਨੂੰ ਚਲਾਉਣ ਤੋਂ ਬਾਅਦ ਅੱਗੇ ਵੇਚ ਦਿੰਦਾ ਸੀ, ਪਰ ਹੁਣ ਇਹ ਵਿਅਕਤੀ ਪੁਲਿਸ ਦੇ ਅੜਿੱਕੇ ਚੜ੍ਹ ਚੁੱਕਿਆ। ਇਸ ਵਿਅਕਤੀ ਦੇ ਵੱਲੋਂ ਆਪਣੇ ਹੀ ਮਾਲਕ ਦੀ ਕਾਰ ਚੋਰੀ ਕਰਕੇ ਉਸ ਨੂੰ ਚਲਾਇਆ ਗਿਆ ਤੇ ਬਾਅਦ ਦੇ ਵਿੱਚ ਇਸ ਕਾਰ ਨੂੰ ਬਰਾਮਦ ਕੀਤੇ ਜਾਣ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਲਿਆ ਗਿਆ। ਪੁਲਿਸ ਦੇ ਵੱਲੋਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਰਹਿਣ ਵਾਸੀ ਕੋਠੀ ਨੰਬਰ 77 ਸਾਹਿਬਜ਼ਾਦਾ ਜਜਾਲ ਸਿੰਘ ਐਵਨਿਊ ਤਾਬੋਵਾਲੀ ਰੋਡ, ਅਜਨਾਲਾ ਰੋਡ, ਅੰਮ੍ਰਿਤਸਰ ਤੋਂ ਮਾਲਕ ਦੀ ਗੱਡੀ ਜਿਹੜੀ ਹੈ ਚੋਰੀ ਕੀਤੀ ਸੀ ਇਹਨੇ। ਇਹ ਟੈਕਸੀ ਸਟੈਂਡ ਜਿਹੜਾ 5 ਨੰਬਰ ਦੁਕਾਨ ਆ ਗੋਲਬਾਗ ਦੀ ਸਾਈਡ ਤੇ, ਇਹ ਮੁੰਡਾ ਜਿਹੜਾ ਪਹਿਲਾਂ ਵੀ ਉੱਥੇ ਡਰਾਈਵਰੀ ਕਰਦਾ ਰਿਹਾ ਕਿਸੇ ਹੋਰ ਮਾਲਕ ਦੇ, ਤੇ ਇਹ 'ਤੇ ਸ਼ੱਕ ਪਿਆ ਸੀਗਾ ਵੀ ਇਹ ਬੰਦਾ ਜਿਹੜਾ ਉਹਦਾ ਮੂਵਮੈਂਟ ਕਰ ਰਿਹਾ ਸੀਗਾ ਉੱਥੇ, ਤੇ ਸ਼ੱਕ ਦੇ ਆਧਾਰ 'ਤੇ ਜਿਹੜਾ ਇਹਦੀ ਲੋਕੇਸ਼ਨ ਕਢਾ ਕੇ ਜਿਹੜਾ ਇਹਨੂੰ ਕਾਬੂ ਕੀਤਾ ਗਿਆ। ਇਹ ਗੱਡੀ ਦਾ ਜਿਹੜਾ ਨੰਬਰ ਸੀਗਾ PB01B 5724 ਸੀਗਾ ਅਸਲੀ ਨੰਬਰ ਜਿਹੜਾ, ਬਾਅਦ 'ਚ ਇਹਨੇ ਇਹ ਨੰਬਰ ਚੇਂਜ ਕਰਕੇ ਜਾਲੀ ਨੰਬਰ ਜਿਹੜਾ PB02 DR 9182 ਲਾ ਲਿਆ। ਇਹ ਗੱਡੀ ਜਿਹੜੀ ਹੈਗੀ ਆ ਹੀਰੋ ਹੋਂਡਾ ਕਾਰ ਹਾਂਡਾ ਅਮੇਜ਼ ਗੱਡੀ ਹੈ। ਫਿਲਹਾਲ ਤੇ ਆਹ ਕਾਰ ਹੀ ਬਰਾਮਦ ਕੀਤੀ ਅਸੀਂ, ਬਾਕੀ ਅਗਲੀ ਤਫਤੀਸ਼ ਜਿਹੜੀ ਫਰਦਰ ਜਿਹੜੀ ਉਹ ਜਾਰੀ ਹੈ। ਬੀਤੇ ਦਿਨੀ ਅੰਬਾਲਾ ਦੇ ਵਿੱਚ ਜੈਕੁਆਰ 에ਅਰਕ੍ਰਾਫਟ ਦੇ ਤਹਿਸ-ਨਹਿਸ ਹੋਣ ਤੋਂ ਬਾਅਦ ਉਸ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵੀਡੀਓ ਦੇ ਵਿੱਚ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਜੈਕੁਆਰ 에ਅਰਕ੍ਰਾਫਟ ਪੰਛੀਆਂ ਦੇ ਨਾਲ ਟਕਰਾਉਣ ਤੋਂ ਬਾਅਦ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰ ਗਨੀਮਤ ਇਹ ਰਹੀ ਸੀ ਕਿ ਇਸ ਹਾਦਸੇ ਦੇ ਵਿੱਚ ਪਾਇਲਟ ਦੀ ਜਾਨ ਬਾਲ-ਬਾਲ ਬਚ ਗਈ ਸੀ।
ਵੇਖਦੇ ਹਾਂ ਤਸਵੀਰਾਂ। ਖਬਰ ਚੰਡੀਗੜ੍ਹ ਤੋਂ ਹੈ, ਜਿੱਥੇ ਇਨਸਾਨੀਅਤ ਦੇ ਮਰ ਜਾਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਤਸਵੀਰਾਂ ਦੇ ਵਿੱਚ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਇਨਸਾਨੀਅਤ ਵਿਲਕ ਕੇ ਮਰ ਰਹੀ ਹੈ, ਪਰ ਕੋਲ ਖੜੇ ਕਿਸੇ ਵੀ ਵਿਅਕਤੀ ਦੀ ਇਨਸਾਨੀਅਤ ਨਹੀਂ ਜਾਗੀ। ਇਹ ਤਸਵੀਰਾਂ ਨੇ ਚੰਡੀਗੜ੍ਹ ਦੀਆਂ, ਜਿੱਥੇ ਚੰਡੀਗੜ੍ਹ ਦੇ ਵਿੱਚ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਅਧਮੋਇਆ ਕਰਕੇ ਸੜਕ ਦੇ ਉੱਤੇ ਸੁੱਟ ਦਿੱਤਾ ਜਾਂਦਾ ਹੈ। ਲੋਕਾਂ ਦਾ ਇੱਕ ਵੱਡਾ ਹਜੂਮ ਸਾਈਟ ਦੇ ਉੱਤੇ ਖੜ ਕੇ ਉਸ ਨੂੰ ਵੇਖਦਾ, ਪਰ ਕੋਈ ਵੀ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਤੇ ਥੋੜੀ ਦੇਰ ਬਾਅਦ ਪੀਸੀਆਰ ਦੀ ਵੈਨ ਆਉਂਦੀ ਹੈ ਤੇ ਉਸ ਪੀਸੀਆਰ ਵੈਨ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ, ਪਰ ਉਦੋਂ ਤੱਕ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਵੇਖ ਸਕਦੇ ਹਾਂ ਕਿ ਇਨਸਾਨੀਅਤ ਆਖਿਰਕਾਰ ਕਿੱਥੋਂ ਤੱਕ ਰਹਿ ਗਈ ਹੈ ਸਾਡੇ ਵਿੱਚ, ਕਿ ਇੱਕ ਨੌਜਵਾਨ ਦੀ ਜਾਨ ਬਚਾਉਣ ਦੇ ਲਈ ਵੀ ਸਾਡੇ ਕੋਲ ਸਮਾਂ ਨਹੀਂ ਸੀ। ਤਸਵੀਰਾਂ ਦੇ ਵਿੱਚ ਆਲੇ ਦੁਆਲੇ ਦਾ ਖੜਾ ਇਹ ਹਜੂਮ ਸ਼ਰਮਸਾਰ ਹੋਣਾ ਚਾਹੀਦਾ, ਜਿਸ ਹਜੂਮ ਨੇ ਇਸ ਨੌਜਵਾਨ ਦੀ ਜਾਨ ਨਹੀਂ ਬਚਾਈ ਅਤੇ ਉਹ ਨੌਜਵਾਨ ਤੜਪਦਾ ਰਿਹਾ ਤੇ ਮਿੰਨਤਾਂ ਕਰਦਾ ਆਖਿਰਕਾਰ ਇਸ दुनिया ਨੂੰ अलविदा कह गया। खरड़ में रहता है अपना सन्नी इनक्लेव में ही। सेकंड एक कोई काकू कह रहे हैं 45 में है, एक कोई 41 का लड़का एक और है। मतलब कि अभी तक हमें 3 बंदों की इन्फॉर्मेशन है। दैन उसके बाद जो नेक्स्ट कोई और है उसका भी पता नहीं है। और ये जो भी हुआ है मेरे ख्याल से 40 से जो सुनने में आ रहा है कि वहाँ गाड़ी इसने लगाई है, कुछ लड़के गाड़ी में आए हैं, उन्होंने भगाया फिर इसको आगे आगे। वहाँ पे 40 में कोई अपना स्वीट शॉप है उसके अंदर गया है ये, तो वहाँ पे जाके इन्होंने कोई तिखी चीज़ के साथ उसके ऊपर वार किया। खबर बठिंडा तो है, जिथे बठिंडा के सिविल हस्पताल के कैदी वार्ड के विचों एक कैदी के भज्जण की सूचना मिली है। इस कैदी के वलों रात के वेले इस घटना को अंजाम दिता गया जदों बाहर बैठा पुलिस मुलाजम उसकी राखी कर रहा सी, पर पुलिस मुलाजम नूं चकमा देण दे विच सफल रहा ते उत्थों गायब हो गया। इस मौके दे उत्ते जदों मीडिया ने उसते मौजूद पुलिस कर्मी दे नाल गलबात कीती तां उसदा की कुछ कहना रहा हाउस सुन लैने आ। जिहदे बारे अफसरां नूं पता सारी गल दा, अफसरां दे ध्यान च है, ठीक है जी। ਉਹਦੀ ਪੜਤਾਲ ਚੱਲ ਰਹੀ ਹੈ। ਰਾਤ ਦੇ ਸਮੇਂ ਦੀ ਗੱਲ ਹੈ, ਕੋਈ ਇਹ ਕਿਸੇ ਵੀ ਸਮੇਂ ਦੀ। ਪਰਚਾ ਤਲਵੰਡੀ ਸਾਬੋ ਤੋਂ ਕੱਟਿਆ ਗਿਆ ਸੀਗਾ ਤੇ ਇੱਥੇ ਰੈਫਰ ਕੀਤਾ ਗਿਆ ਸੀਗਾ ਤੇ ਈਐਮਓ ਸੀਗੇ ਡਾਕਟਰ ਆਪਣੇ ਗੁਰਮੇਲ ਸਿੰਘ ਜੀ, ਉਹਨਾਂ ਨੇ ਦਾਖਲ ਕੀਤਾ ਸੀਗਾ ਤੇ ਅਸੀਂ ਇਹਨਾਂ ਦਾ ਟ੍ਰੀਟਮੈਂਟ ਕੀਤਾ। ਨੈਕਸਟ ਡੇ ਦਾ ਸੀਟੀ ਸਕੈਨ ਐਡਵਾਈਸ ਕੀਤਾ ਸੀਗਾ 22 ਤਰੀਕ ਨੂੰ। ਉਹ ਸੀਟੀ ਸਕੈਨ ਫਰੀਦਕੋਟ ਤੋਂ ਹੁੰਦਾ ਮੈਡੀਕਲ ਕਾਲਜ ਤੋਂ, ਤੇ ਪੁਲਿਸ ਵਾਲੇ ਮੈਂ ਕਿਹਾ 24 ਨੂੰ ਵੀ ਗਏ ਸੀ ਲੈ ਕੇ ਤੇ ਫਿਰ 25 ਨੂੰ ਕਰਾ ਕੇ ਆਏ ਸੀ ਸਕੈਨ। ਉਹਦੀ ਰਿਪੋਰਟ ਵੀ ਅਵੇਟਡ ਸੀ ਸੀਟੀ ਸਕੈਨ ਦੀ। ਤੇ ਇਹਦੇ ਮਤਲਬ ਕੱਲ ਤੱਕ ਤਾਂ ਮਰੀਜ਼ ਸੀਗਾ, ਰਾਉਂਡ ਵੀ ਕੀਤਾ, ਪੁਲਿਸ ਵਾਲੇ ਵੀ ਤੈਨਾਤ ਸੀਗੇ। ਅੱਜ ਸਵੇਰੇ ਸਿਸਟਰ ਨੇ ਦੱਸਿਆ ਮੈਨੂੰ ਤੇ ਡਾਕਟਰ ਗੁਰਮੇਲ ਸਿੰਘ ਜੀ ਈਐਮਓ, ਉਹਨਾਂ ਨੇ ਦੱਸਿਆ ਕਿ ਇਹ ਥੋੜਾ ਮਰੀਜ਼ ਹੈ ਨਹੀਂ ਗਾ। ਪੰਜਾਬ ਦੇ ਵਿੱਚ ਇੱਕ ਵਾਰ ਫਿਰ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਨ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਦੌਰ ਦੇ ਦੌਰਾਨ ਹੁਣ ਪੈਟਰੋਲ ਦੀਆਂ ਬੋਤਲਾਂ ਵੀ ਟੈਂਕੀ ਤੇ ਚੜੇ ਮੁਲਾਜ਼ਮਾਂ ਦੇ ਹੱਥ ਦੇ ਵਿੱਚ ਨਜ਼ਰ ਆਉਂਦੀਆਂ ਨੇ। ਦਰਅਸਲ ਇਹ ਵਿਅਕਤੀ ਵਾਟਰ ਸਪਲਾਈ ਵਿਭਾਗ ਦੇ ਨੇ, ਜਿਨ੍ਹਾਂ ਵਿਅਕਤੀਆਂ ਦੀ ਵੱਲੋਂ ਆਪਣੀਆਂ ਤਨਖਾਹਾਂ ਨਾ ਮਿਲਣ ਦੇ ਕਾਰਨ ਹੁਣ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਟੈਂਕੀਆਂ ਦੇ ਉੱਤੇ ਚੜ੍ਹ ਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਉਹਨਾਂ ਨੂੰ ਕਾਫੀ ਸਮੇਂ ਤੋਂ ਤਨਖਾਹਾਂ ਵੀ ਨਹੀਂ ਮਿਲਿਆ। ਉਹਨਾਂ ਦਾ ਕਹਿਣਾ ਸੀ ਕਿ ਕੰਮ ਪੂਰਾ ਲਿਆ ਜਾਂਦਾ ਪਰ ਤਨਖਾਹਾਂ ਪੂਰੀਆਂ ਨਹੀਂ ਦਿੱਤੀਆਂ ਜਾਂਦੀਆਂ। ਹੋਰ ਕੀ ਕੁਝ ਕਹਿਣਾ ਰਿਹਾ ਪ੍ਰਦਰਸ਼ਨਕਾਰੀਆਂ ਦਾ, ਉਹ ਸੁਣ ਲੈਂਦੇ ਹਾਂ। ਜਿਹੜੀ ਸਰਕਾਰ ਕੋਲੇ ਆ ਕਿ ਚਾਹੇ ਸਾਨੂੰ ਡੀਸੀ ਰੇਟ ਜਾਂ ਮਿਨੀਮਮ ਵੇਜਸ ਐਕਟ ਦੇ ਅਧੀਨ ਸਾਨੂੰ ਜਿਹੜਾ ਇੱਕ ਮਿਨੀਮਮ ਸਾਡੀ ਤਨਖਾਹ ਜਿਹੜੀ ਆ ਉਹ ਫਿਕਸ ਕੀਤੀ ਜਾਵੇ। ਅੱਜ ਇਹ ਸੰਘਰਸ਼ ਸਾਡੇ ਜਿਹੜੇ ਸਾਥੀ ਆ ਉਹ ਟੈਂਕੀ ਦੇ ਇੰਨੀ ਤਿੱਖੀ ਗਰਮੀ ਦੇ ਵਿੱਚ ਉਹ ਧੁੱਪ 'ਚ ਬੈਠੇ ਆ। ਬਾਕੀ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਸਾਡਾ ਰੋਜ਼ ਦੇ ਰੋਜ਼ ਜੇ ਸਾਡੀ ਨਾ ਗੱਲ ਸੁਣੀ ਗਈ ਤੇ ਸਾਡਾ ਸੰਘਰਸ਼ ਜਿਹੜਾ ਤੇਜ਼ ਹੋਊਗਾ। ਜਾਂਦੇ ਇੱਕ ਨਜ਼ਰ ਮਾਰ ਲੈਂਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ।
ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਅਸਤੀਫਾ, ਰਾਹੁਲ ਗਾਂਧੀ ਨੂੰ ਦਿੱਤੀ ਅਹਿਮ ਸਲਾਹ। ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਕਿਉਂ ਹੈ ਨਰਮ, ਵਕੀਲਾਂ ਦਾ ਇੱਕ ਵਫਦ ਨੇ ਕੀਤੀ ਪ੍ਰੈਸ ਕਾਨਫਰੰਸ। ਦਿੱਲੀ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਦੇ ਵਿੱਚ ਸਰਕਾਰ ਨੂੰ ਘੇਰਨ ਦੀ ਬਣਾਈ ਗਈ ਪਲੈਨਿੰਗ। ਖਬਰਾਂ ਦੇ ਸੈਗਮੈਂਟ ਦੇ ਵਿੱਚ ਹੁਣ ਤੱਕ ਤੇਰੀ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਸਟਾਰ ਕੈਨੇਡਾ ਟੀਵੀ। ਸਤਿ ਸ਼੍ਰੀ ਅਕਾਲ।